हर एक देश की ना अपनी अपनी एक खूफिया एजेंसी होंगी है। जिवें भारत की खूफिया एजेंसी का नाम हैगा रा, पाकिस्तान की ISI तो भी जिहड़ा इजराइल है ना उहदी खूफिया एजेंसी का नाम हैगा मोसाद। आसे पासों अरब कंट्रियां नाल घिरिया होने करके आसे पासे सारियां जिहड़ियां कंट्रीज़ ने इजराइल दे वो सारियां दुश्मन देश होने करके इजराइल नूं खतरा बनिया रहिंदा। सो इस करके उहदा बहुत सारा जिहड़ा बजट है ना ओह उहदी आर्मी नूं मजबूत करन ते सैल्फ डिफेंस ते जिहड़ी सीक्रेट एजेंसी उहदी खुफिया एजेंसी है मोसाद उहदे ते खर्च हुंदा। हुण एक घटना वापरदी आ 1972 विच जित्थों कि मोसाद का एक बहुत खतरनाक ऑपरेशन शुरू हुंदा जिहड़ा लगभग 20 सालों तक चलदा ते यूरोप के कई देशों में चलदा। हुण घटना की वापरदी है कि 1972 विच जर्मन देश विच ओलंपिक खेडां करवाईਆਂ जा रहीਆਂ ਸੀ जिहदे च इजराइल की टीम भी पहुंची सी ते इजराइल के 11 खिडारी भाग लै रहे थे उस मुकाबले च। हुण जिथे खिडारियों की ठहर हुंदी आ, जिथे खेडन तो बाद खिडारी रात नूं आराम करते आ, उस ठहर विच 8 ट्रैक सूट पा के खिडारियों की वर्दी पा के 8 व्यक्ति उत्थों जिहड़ी कंध सी उहनूं टप्पण की कोशिश कर रहे सी जिथे खिडारियों की ठहर सी उहदे विच जाण की कोशिश कर रहे सी। हुण उहनां दी जिहड़ा पहरावा सी उहदे तो तां लगदा सी कि वो खिडारी आ। सो असल विच सीगे वो टैरोरिस्ट आतंकवादी सीगे। अणजाणे च जिहड़े कैनेडा के खिडारी सीगे उत्थे वो लंघ रहे सी उत्थों दी, कैनेडा के खिडारियों ने भी अणजाणे विच उहनां दी कंध टप्पण विच मदद कीती। उदों बाद कैनेडा के खिडारी तो चले गए। हुण जिहड़े ओह टैरोरिस्ट सीगे उन्हां कोल पहलां ही इन्फॉर्मेशन सीगी, जानकारी सीगी, वो पूरी प्लानिंग नाल आए सी कि जिहड़े इजराइल के खिडारी आ ओह इह कैंप विच कित्थे रह रहे आ। सिद्धा इजराइल के खिडारियों के कैंप वल वधदे आ ते जिहड़े इजराइल के खिडारी हुंदे आ उन्हां नूं घेरा पा लैंदे आ, एक एक करके लभना शुरू कर दिंदे आ। जिहड़ा उन्हां दा गार्ड हुंदा उहदे नाल भी मुकाबला हुंदा, गोली चलदी आ, उत्थे अफड़ा तफड़ी मच जांदी आ। हुण जिहड़े टैरोरिस्ट सीगे, आतंकवादी सीगे, कोई खिडारी नहीं सी ये, असल च कौन सी कि जिहड़े फिलिस्तीन लिबरेशन ऑर्गेनाइजेशन के मैंबर सीगे ये। हुण इह खिडारियां नूं बंदी बनाउंदे आ। जिहड़े इजराइल के 11 खिडारी खेड रहे सी, ਜਦੋਂ ਉੱਥੇ ਗੋਲੀ ਚੱਲਦੀ ਆ ਉਦੋਂ 2 ਖਿਡਾਰੀਆਂ ਦੀ ਮੌਤ ਵੀ ਹੋ ਜਾਂਦੀ ਆ, ਜਿਹੜਾ ਗਾਰਡ ਸੀ ਉਹਦੀ ਮੌਤ ਵੀ ਹੋ ਜਾਂਦੀ ਆ। ਸੋ ਪਿੱਛੇ ਬਚਦੇ ਆ ਜਿਹੜੇ 9 ਖਿਡਾਰੀ, ਉਹਨਾਂ ਨੂੰ ਇਹ ਬੰਦੀ ਬਣਾ ਲੈਂਦੇ ਆ। ਇਹ ਮੰਗ ਰੱਖਦੇ ਆ ਇਜ਼ਰਾਈਲ ਦੀ ਸਰਕਾਰ ਦੇ ਸਾਹਮਣੇ ਕਿ ਜਿਹੜੇ 234 ਉਹਨਾਂ ਨੇ ਕੈਦੀ ਬਣਾਏ ਹੋਏ ਆ, ਬੰਦੀ ਬਣਾਏ ਹੋਏ ਆ ਫਿਲਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਜਿਹੜੇ ਬੰਦੀ ਆ ਉਹਨਾਂ ਕੋਲ, ਉਹਨਾਂ ਨੂੰ ਰਿਹਾ ਕੀਤਾ ਜਾਵੇ, ਫਿਰ ਅਸੀਂ ਜਿਹੜੇ 9 ਖਿਡਾਰੀ ਇਹਨਾਂ ਨੂੰ ਛੱਡਾਂਗੇ। ਇਜ਼ਰਾਈਲ ਸਰਕਾਰ ਦਾ ਇੱਕ ਕਾਨੂੰਨ ਹੈ, ਇੱਕ ਪਾਲਿਸੀ ਆ ਕਿ ਕੋਈ ਵੀ ਕਿਹੋ ਜਿਹਾ ਮਰਜ਼ੀ ਹਾਲਾਤ ਬਣ ਜੇ, ਜਿਹੜੇ ਟੈਰਰਿਸਟ ਆ ਉਹਨਾਂ ਨਾ ਤਾਂ ਕੋਈ ਸਮਝੌਤਾ ਕਰੂਗੀ ਸਰਕਾਰ ਤੇ ਨਾ ਹੀ ਕੋਈ ਉਹਨਾਂ ਦੀ ਮੰਗ ਮੰਨੂਗੀ। ਹੁਣ ਇਹ ਸਰਕਾਰ ਤੇ ਵੀ ਗੱਲ ਆ ਗਈ ਕਿ ਜੇ ਉਹ ਸਮਝੌਤਾ ਕਰਦੇ ਆ ਇਹਨਾਂ ਖਿਡਾਰੀਆਂ ਦੇ ਬਦਲੇ ਤਾਂ ਜਿਹੜਾ ਉਹਨਾਂ ਦਾ ਇਹ ਕਾਨੂੰਨ ਸੀ, ਜਿਹੜੀ ਉਹਨਾਂ ਦੀ ਇਹ ਪਾਲਿਸੀ ਸੀ ਤਾਂ ਉਹ ਟੁੱਟਦੀ ਆ। ਤਾਂ ਉਹਨਾਂ ਨੇ ਉਹਨਾਂ ਦੀ ਇਹ ਮੰਗ ਮੰਨਣ ਤੋਂ ਸਾਫ਼ ਨਾ ਕਰਤੀ। ਇਜ਼ਰਾਈਲ ਦੀ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡੀ ਕੋਈ ਮੰਗ ਨਹੀਂ ਮੰਨਣੀ। ਜਦੋਂ ਇਹ ਗੱਲ ਆਤੰਕਵਾਦੀਆਂ ਤੱਕ ਪਹੁੰਚਦੀ ਆ ਜਿਨ੍ਹਾਂ ਨੇ ਉਹ 9 ਖਿਡਾਰੀਆਂ ਨੂੰ ਬੰਦੀ ਬਣਾਇਆ ਹੁੰਦਾ, ਉਹ ਕੀ ਕਰਦੇ ਆ ਕਿ 2 ਖਿਡਾਰੀਆਂ ਨੂੰ ਸ਼ੂਟ ਕਰ ਦਿੰਦੇ ਆ, 2 ਖਿਡਾਰੀਆਂ ਨੂੰ ਮਾਰ ਕੇ ਉਹ ਕਮਰੇ ਤੋਂ ਬਾਹਰ ਸਿੱਟ ਦਿੰਦੇ ਆ, ਇਹ ਦੱਸਣ ਲਈ ਕਿ ਜੇ ਤੁਸੀਂ ਸਾਡੀ ਮੰਗ ਵਾਕਈ ਨਹੀਂ ਮੰਨਦੇ ਤਾਂ ਅਸੀਂ ਅਸਲ 'ਚ ਮਾਰ ਦਾਂਗੇ ਖਿਡਾਰੀਆਂ ਨੂੰ। ਜਿਹੜੇ 2 ਖਿਡਾਰੀ ਹੁੰਦੇ ਉਹਨਾਂ ਦੀ ਬੋਡੀ ਚੱਕ ਕੇ ਲੈ ਜਾਂਦੀ ਹੈ ਜਰਮਨ ਦੀ ਸਰਕਾਰ ਤੇ ਫਿਰ ਉਹੀ ਸੇਮ ਮੰਗ ਰੱਖਦੇ ਆ। ਪਰ ਜਿਹੜੀ ਇਜ਼ਰਾਈਲ ਦੀ ਸਰਕਾਰ ਹੁੰਦੀ ਆ ਉਹ ਆਪਣੇ ਸਟੈਂਡ ਤੇ ਉਵੇਂ ਹੀ ਬਰਕਰਾਰ ਰਹਿੰਦੀ ਆ। ਉਹ ਕਹਿੰਦੇ ਨਹੀਂ, ਅਸੀਂ ਤੁਹਾਡੇ ਕਿਸੇ ਵੀ ਜਿਹੜੇ ਕੈਦੀ ਆ ਉਹਨੂੰ ਨਹੀਂ ਛੱਡਣਾ। ਤਾਂ ਜਦੋਂ ਆਤੰਕਵਾਦੀਆਂ ਨੂੰ ਪਤਾ ਲੱਗਦਾ ਕਿ ਜਿਹੜੀ ਇਜ਼ਰਾਈਲ ਦੀ ਸਰਕਾਰ ਆ ਉਹ ਆਪਣੇ ਸਟੈਂਡ ਤੇ ਉਵੇਂ ਹੀ ਬਰਕਰਾਰ ਆ, ਉਹ ਢਿੱਲੇ ਪੈਂਦੇ ਥੋੜ੍ਹੇ ਜਿਹੇ, ਆਪਣੀ ਮੰਗ ਬਦਲਦੇ ਆ। ਇਸ ਵਾਰ ਉਹ ਡਿਮਾਂਡ ਰੱਖਦੇ ਆ ਕਿ ਜੇ ਤੁਸੀਂ 234 ਜਿਹੜੇ ਬੰਦੀ ਆ, ਕੈਦੀ ਆ, ਉਹਨਾਂ ਨੂੰ ਨਹੀਂ ਛੱਡਣਾ ਤਾਂ ਇਸ ਦੀ ਬਜਾਏ ਸਾਨੂੰ ਇੱਥੋਂ ਇਸ ਕੈਂਪ 'ਚੋਂ ਓਲੰਪਿਕ ਜਿੱਥੇ ਖੇਡਾਂ ਹੋ ਰਹੀਆਂ ਸੀ ਉਸ ਕੈਂਪ 'ਚੋਂ ਫਿਲਿਸਤੀਨ ਤੱਕ ਜਾਣ ਦੀ ਆਗਿਆ ਦਿੱਤੀ ਜਾਵੇ ਸੁਰੱਖਿਆ ਦੇ ਨਾਲ। ਹੁਣ ਜਰਮਨ ਦੀ ਸਰਕਾਰ 'ਤੇ ਵੀ ਪ੍ਰੈਸ਼ਰ ਸੀ, ਉਹਦੀ ਵੀ ਇਮੇਜ ਸੀ ਸਾਰੀ ਦੁਨੀਆ ਦੇ ਵਿੱਚ ਕਿ ਉੱਥੇ ਓਲੰਪਿਕ ਖੇਡਾਂ ਹੋ ਰਹੀਆਂ ਅਤੇ ਉੱਥੇ ਇੱਕ ਐਡੀ ਵੱਡੀ ਆਤੰਕਵਾਦੀ ਘਟਨਾ ਉਹ ਵਾਪਰ ਰਹੀ ਹੈ। ਸੋ ਜਰਮਨ ਦੀ ਸਰਕਾਰ ਸੋਚਦੀ ਆ ਕਿ ਜੇ ਆਪਾਂ ਇਹਨਾਂ ਨੂੰ ਜਾਣ ਦਈਏ ਇੱਥੋਂ, ਆਤੰਕਵਾਦੀਆਂ ਨੂੰ ਏਅਰਪੋਰਟ ਤੱਕ ਲਿਜਾਂਦੇ ਵੇਲੇ ਆਪਣੇ ਕੋਲ ਥੋੜ੍ਹਾ ਬਹੁਤ ਸਮਾਂ ਹੋਊਗਾ, ਆਪਾਂ ਉਹਨਾਂ ਨੂੰ ਕਾਬੂ ਕਰ ਸਕਾਂਗੇ। ਸੋ ਉਹਨਾਂ ਨੂੰ ਆਗਿਆ ਦੇ ਦਿੰਦੇ ਆ, ਬਕਾਇਦਾ ਇੱਕ ਬੱਸ ਮੁਹੱਈਆ ਕਰਵਾਈ ਜਾਂਦੀ ਆ ਅਤੇ ਅੱਗੇ ਇੱਕ ਹੈਲੀਕਾਪਟਰ ਵੀ ਹੁੰਦਾ। ਹੁਣ ਜਿਹੜੇ ਇਹ ਸਾਰੇ ਬੰਦੀ, ਜਿਹੜੇ ਇਹ ਆਤੰਕਵਾਦੀ ਹੁੰਦੇ ਆ, ਜਿਹੜੇ ਬੰਦੀ ਖਿਡਾਰੀਆਂ ਨੂੰ ਬੱਸ 'ਚ ਬਿਠਾਉਂਦੇ ਆ ਅਤੇ ਲੈ ਕੇ ਜਾਂਦੇ ਆ ਏਅਰਪੋਰਟ ਤੱਕ, ਰਾਹ 'ਚ ਸਾਰੇ ਰਾਹ 'ਤੇ ਸ਼ਾਰਪ ਸ਼ੂਟਰ ਬਿਠਾਏ ਹੁੰਦੇ ਆ ਜਰਮਨ ਦੀ ਸਰਕਾਰ ਨੇ। ਜਦੋਂ ਇਹ ਬੱਸ 'ਚੋਂ ਉਤਰ ਕੇ ਜਿਹੜੇ ਬੰਦੀ ਖਿਡਾਰੀਆਂ ਨੂੰ ਉਹ ਆਤੰਕਵਾਦੀ ਲਿਜਾ ਰਹੇ ਸੀ ਹੈਲੀਕਾਪਟਰ ਤੱਕ, ਉਥੋਂ ਸਮੇਂ ਵਿੱਚ ਜਿਹੜੇ ਸ਼ਾਰਪ ਸ਼ੂਟਰ ਸੀਗੇ ਜਰਮਨ ਦੇ ਉਹ ਗੋਲੀ ਚਲਾਉਣੀ ਸ਼ੁਰੂ ਕਰ ਦਿੰਦੇ ਆ। ਜਦੋਂ ਗੋਲੀ ਚੱਲਦੀ ਆ ਤਾਂ 2-3 ਜਿਹੜੇ ਆਤੰਕਵਾਦੀ ਸੀ ਉੱਥੇ ਹੀ ਮਰ ਜਾਂਦੇ ਆ ਅਤੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਹੁਣ ਅਸੀਂ ਸਾਰੇ ਪਾਸਿਓਂ ਘਿਰ ਗਏ, ਸਾਡੇ ਨਾਲ ਧੋਖਾ ਹੋਇਆ ਕਿ ਹੁਣ ਅਸੀਂ ਸਾਰੇ ਪਾਸਿਓਂ ਘਿਰ ਗਏ, ਸਾਡੇ ਕੋਲ ਹੋਰ ਕੋਈ ਰਾਹ ਨਹੀਂ। ਜਿਹੜੇ ਉਹਨਾਂ ਨੇ ਬੰਦੀ ਬਣਾਏ ਹੁੰਦੇ ਆ 9 ਖਿਡਾਰੀ, ਉਹਨਾਂ ਨੂੰ ਵੀ ਮਾਰ ਦਿੰਦੇ ਆ, ਗੋਲੀਬਾਰੀ ਹੁੰਦੀ ਆ ਉੱਥੇ।
ਜਿੰਨਾ ਕੁ ਟਾਈਮ ਇਹ ਆਪਰੇਸ਼ਨ ਚੱਲਦਾ ਤੇ ਸਾਰੇ ਖਿਡਾਰੀ ਵੀ ਮਰ ਜਾਂਦੇ ਆ ਤੇ ਜਿਹੜੇ ਆਤੰਕਵਾਦੀ ਹੁੰਦੇ ਆ 8 ਦੇ 8 ਉਹ ਵੀ ਮਰ ਜਾਂਦੇ ਆ। ਇਹ ਗੱਲ ਨੂੰ ਕਿਰਾਂ ਦਾ ਲੁਕਾ ਕੇ ਰੱਖ ਲੈਂਦੇ ਆ ਉਹ ਸ਼ਾਮ ਤੱਕ। ਇਹ ਘਟਨਾ ਵਾਪਰ ਰਹੀ ਹੁੰਦੀ ਆ ਸਤੰਬਰ 1972 ਵਿੱਚ। 5 ਸਤੰਬਰ ਨੂੰ ਇਹ ਘਟਨਾ ਵਾਪਰੀ ਤੇ 5 ਸਤੰਬਰ ਦੀ ਸ਼ਾਮ ਤੱਕ ਕੋਈ ਵੀ ਉਹ ਬਾਹਰ ਖਬਰ ਨਹੀਂ ਕੱਢਦੀ ਇਜ਼ਰਾਈਲ ਦੀ ਸਰਕਾਰ। ਲੇਕਿਨ ਅਗਲੇ ਦਿਨ ਸਵੇਰ ਤੱਕ ਸਭ ਨੂੰ ਪਤਾ ਲੱਗ ਜਾਂਦਾ ਕਿ 11 ਦੇ 11 ਖਿਡਾਰੀ ਜਿਹੜੇ ਉਹ ਮਰ ਗਏ ਇਜ਼ਰਾਈਲ ਦੇ। ਹੁਣ ਇਜ਼ਰਾਈਲ ਦੀ ਸਰਕਾਰ ਤੇ ਵੀ ਪ੍ਰੈਸ਼ਰ ਬਣਿਆ ਹੁੰਦਾ ਇਸ ਵਕਤ, ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਆਇਆ ਹੁੰਦਾ ਕਿ ਆਪਣੇ 11 ਦੇ 11 ਖਿਡਾਰੀ ਮਰ ਗਏ ਤੇ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਉਸੇ ਦਿਨ ਜਿਹੜੀ ਇਜ਼ਰਾਈਲ ਦੀ ਪ੍ਰਾਈਮ ਮਿਨਿਸਟਰ ਆ ਉਹ ਇੱਕ ਮੀਟਿੰਗ ਸਾਧਦੀ ਆ ਤੇ ਜਿਹੜੀ ਮੋਸਾਦ ਆ ਖੂਫੀਆ ਏਜੰਸੀ ਆ ਉਹਦੇ ਚੀਫ ਨੂੰ ਵੀ ਸਾਧਦੇ ਆ। ਉੱਥੇ ਇਹ ਮੀਟਿੰਗ ਦੇ ਵਿੱਚ ਤੈਅ ਹੁੰਦਾ ਕਿ ਜਿਹੜੇ ਵੀ ਇਸ ਆਪਰੇਸ਼ਨ ਨਾਲ ਜਿਹੜਾ ਇਹ ਆਤੰਕਵਾਦੀ ਕਾਂਡ ਹੋਇਆ, ਜਿਹੜਾ ਵੀ ਕੋਈ ਵੀ ਕਿਸੇ ਵੀ ਤਰੀਕੇ ਨਾਲ ਲਿੰਕ ਆ ਇਸ ਘਟਨਾ ਨਾਲ, ਉਹਨੂੰ ਇਕੱਲੇ ਨੂੰ ਲੱਭ ਕੇ ਭਲਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਉਹਨੂੰ ਖਤਮ ਕਰਨਾ। ਉੱਥੋਂ ਇਹ ਆਪਰੇਸ਼ਨ ਦੀ ਸ਼ੁਰੂਆਤ ਹੁੰਦੀ ਹੈ। ਹੁਣ ਉਹਨਾਂ ਸਾਰਿਆਂ ਦੇ ਜਿਹੜੇ ਵੀ ਇਹਦੇ ਨਾਲ ਲਿੰਕ ਸੀ ਇਹ ਘਟਨਾ ਨਾਲ, ਸਾਰਿਆਂ ਦੇ ਨਾਮ ਇਕੱਠੇ ਕਰਨ ਤੇ ਉਹਨਾਂ ਬਾਰੇ ਪਤਾ ਕਰਨ ਤੇ ਟਾਈਮ ਲੱਗਣਾ ਸੀ। ਸੋ ਲੋਕਾਂ ਵਿੱਚ ਵੀ ਗੁੱਸਾ ਸੀ। ਦੁਨੀਆ ਨੂੰ ਦਿਖਾਉਣ ਕਰਕੇ ਇਜ਼ਰਾਈਲ ਨੇ ਜਿਹੜੇ ਫਿਲਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਕਈ ਕੈਂਪ ਸੀਗੇ ਲਿਬਨਾਨ ਤੇ ਸੀਰੀਆ ਵਿੱਚ, ਉਹਨਾਂ 'ਤੇ ਵੀ ਕਈ ਬੰਬਾਰੀ ਕੀਤੀ। ਇਹਦੇ ਵਿੱਚ 200 ਲੋਕ ਮਰ ਜਾਂਦੇ ਆ। 200 ਜਿਹੜੇ ਇਹਦੇ ਮੈਂਬਰ ਹੁੰਦੇ ਆ ਉਹਨਾਂ ਦੇ ਨਾਲ ਕਈ ਜਿਹੜੇ ਇਨੋਸੈਂਟ ਹੁੰਦੇ ਹੈਗੇ, ਜਿਹੜੇ ਨਿਰਦੋਸ਼ ਹੁੰਦੇ ਆ, ਉਹ ਵੀ ਮਰ ਜਾਂਦੇ। ਕਾਫੀ ਹੰਗਾਮਾ ਹੁੰਦਾ। ਪਰ ਜਿਹੜਾ ਅਸਲ ਆਪਰੇਸ਼ਨ ਆ ਉਹ ਸ਼ੁਰੂ ਹੁੰਦਾ ਇਦੋਂ 1 ਮਹੀਨੇ ਬਾਅਦ। ਹੁਣ ਇੱਕ ਟੀਮ ਤਿਆਰ ਕੀਤੀ ਜਾਂਦੀ ਆ ਇਜ਼ਰਾਈਲ ਵਿੱਚ ਮੋਸਾਦ ਵੱਲੋਂ। ਉਹ ਟੀਮ ਦੇ ਵਿੱਚ ਜਿਹੜੇ ਕਮਾਂਡੋ ਭਰਤੀ ਕੀਤੇ ਜਾਂਦੇ ਆ ਨਾ, ਉਹਨਾਂ ਨੂੰ ਭਰਤੀ ਕਰਨ ਦੀਆਂ ਕੁਝ ਸ਼ਰਤਾਂ ਹੁੰਦੀਆਂ। ਪਹਿਲੀ ਸ਼ਰਤ ਇਹ ਹੁੰਦੀ ਆ ਕਿ ਤੁਸੀਂ ਭੁੱਲ ਜਾਓ ਕਿ ਤੁਹਾਡੀ ਕੋਈ ਫੈਮਿਲੀ, ਤੁਹਾਡਾ ਕੋਈ ਪਰਿਵਾਰ ਹੈਗਾ ਪਿੱਛੇ। ਤੁਸੀਂ ਸਿਰਫ ਮੋਸਾਦ ਲਈ ਕੰਮ ਕਰੋਗੇ, ਹੋਰ ਤੁਹਾਡਾ ਕੋਈ ਵੀ ਨਹੀਂ। ਦੂਜੀ ਸ਼ਰਤ ਇਹ ਹੁੰਦੀ ਆ ਕਿ ਜਿਹੜਾ ਵੀ ਆਪਣਾ ਮਿਸ਼ਨ ਕੋਈ ਵੀ ਚੱਲ ਰਿਹਾ, ਤੁਸੀਂ ਇਹਦੀ ਜਾਣਕਾਰੀ ਜਾਂ ਇਹਦੇ ਬਾਰੇ ਗੱਲਬਾਤ ਕਿਸੇ ਨਾਲ ਵੀ ਨਹੀਂ ਕਰੋਗੇ, ਭਾਵੇਂ ਉਹ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ ਕਿਉਂ ਨਾ ਹੋਵੇ। ਤੀਜੀ ਸ਼ਰਤ ਇਹ ਹੁੰਦੀ ਆ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਵਿੱਚ ਫੜੇ ਜਾਂਦੇ ਹੋ ਇਸ ਆਪਰੇਸ਼ਨ ਦੌਰਾਨ, ਤਾਂ ਤੁਸੀਂ ਉੱਥੇ ਜਾ ਕੇ ਜਿਹੜਾ ਇਜ਼ਰਾਈਲ ਦੇਸ਼ ਆ ਉਹ ਤੁਹਾਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿਓ ਕਿ ਤੁਹਾਡਾ ਇਜ਼ਰਾਈਲ ਦੇਸ਼ ਨਾਲ ਕੋਈ ਲਿੰਕ ਨਹੀਂ। ਸੋ ਇਹ ਟੀਮ ਇੱਕ ਮਜ਼ਬੂਤ ਟੀਮ ਬਣਾਈ ਜਾਂਦੀ ਆ ਇਜ਼ਰਾਈਲ ਵੱਲੋਂ ਇਸ ਆਪਰੇਸ਼ਨ ਲਈ। ਤੇ ਉਸ ਤੋਂ ਬਾਅਦ ਇਹ ਆਪਰੇਸ਼ਨ ਸ਼ੁਰੂ ਹੁੰਦਾ। ਜਿਹੜਾ ਪਹਿਲਾ ਸ਼ਿਕਾਰ ਸੀਗਾ ਇਸ ਆਪਰੇਸ਼ਨ ਦਾ, ਪਹਿਲਾ ਨਿਸ਼ਾਨਾ ਬਣਾਉਂਦੇ ਆ, ਉਹਦਾ ਨਾਮ ਸੀ ਅਬਦੁਲ ਵਾਇਲ ਜੈਤਰਾ। ਅਕਤੂਬਰ ਦੀ ਘਟਨਾ ਇਹ। ਲਗਭਗ 1 ਮਹੀਨੇ ਬਾਅਦ ਜਿਹੜਾ ਇਹ ਆਦਮੀ ਸੀਗਾ ਨਾ, ਇਹ ਘਟਨਾ ਵਾਪਰਨ ਤੋਂ ਬਾਅਦ ਇਹਨੂੰ ਪਤਾ ਸੀ ਕਿ ਇਜ਼ਰਾਈਲ ਬਦਲਾ ਜ਼ਰੂਰ ਲਊ। ਸੋ ਇਸ ਕਰਕੇ ਅੰਡਰਗਰਾਊਂਡ ਹੋ ਜਾਂਦਾ, ਇਹ ਚਲਾ ਜਾਂਦਾ ਰੋਮ ਸ਼ਹਿਰ ਵਿੱਚ। ਰੋਮ ਸ਼ਹਿਰ ਹੈਗਾ ਇਟਲੀ ਦੀ ਰਾਜਧਾਨੀ ਹੈ। ਉਹਦੇ ਵਿੱਚ ਜਦੋਂ ਇਹ ਇੱਕ ਵਾਰ ਖਾਣਾ ਖਾ ਕੇ ਵਾਪਸ ਆ ਰਿਹਾ ਹੁੰਦਾ, ਤਾਂ ਜਿਹੜੇ ਮੋਸਾਦ ਦੇ ਏਜੰਟ ਹੁੰਦੇ ਆ ਉਹ ਫਰਜ਼ੀ ਡਾਕੂਮੈਂਟ, ਫਰਜ਼ੀ ਨਾਮ, ਜਾਣ ਪਛਾਣ ਤੇ ਗਏ ਹੁੰਦੇ ਆ, ਉਹ ਗੋਲੀ ਮਾਰ ਦਿੰਦੇ ਤੇ ਇਹਦੀ ਹੱਤਿਆ ਕਰ ਦਿੰਦੇ ਆ। ਸੋ ਪਹਿਲਾ ਬਦਲਾ ਇਜ਼ਰਾਈਲ ਇਸ ਤਰੀਕੇ ਨਾਲ ਲੈਂਦਾ। ਇਸ ਤੋਂ ਬਾਅਦ ਜਿਹੜਾ ਦੂਜਾ ਨਿਸ਼ਾਨਾ ਬਣਾਉਂਦਾ, ਦੂਜੇ ਬੰਦੇ ਨੂੰ ਲੱਭਦਾ, ਜਿਹੜਾ ਦੂਜਾ ਨਿਸ਼ਾਨਾ ਬਣਦਾ ਇਹਨਾਂ ਦਾ, ਉਹਦਾ ਨਾਮ ਸੀ ਡਾਕਟਰ ਮਹਿਮੂਦ ਹੰਸਾਰੀ। ਹੁਣ ਜਿਹੜਾ ਇਹ ਡਾਕਟਰ ਮਹਿਮੂਦ ਹੰਸਾਰੀ ਸੀ, ਇਹ ਅੰਡਰਗਰਾਊਂਡ ਹੋ ਜਾਂਦਾ, ਇਹ ਚਲਾ ਜਾਂਦਾ ਫਰਾਂਸ ਵਿੱਚ। ਇਹ ਫਰਾਂਸ 'ਚ ਕੰਮ ਕਰ ਰਿਹਾ ਹੁੰਦਾ ਗਾ। ਉੱਥੇ ਇੱਕ ਮੋਸਾਦ ਦੀ ਏਜੰਟ ਜਾਂਦੀ ਆ, ਇੱਕ ਪੱਤਰਕਾਰ ਦੇ ਰੂਪ ਵਿੱਚ। ਇੱਕ ਪੱਤਰਕਾਰ ਬਣ ਕੇ ਜਾਂਦੀ ਆ ਇਹਦੇ ਨਾਲ ਗੱਲਬਾਤ ਕਰਨ ਲਈ। ਸੋ ਜਿਹੜੀ ਅਪਾਰਟਮੈਂਟ ਵਿੱਚ, ਜਿਹੜੇ ਕਮਰੇ 'ਚ ਇਹਦੀ ਠਹਿਰ ਹੁੰਦੀ ਆ, ਉਸ ਤੋਂ ਇਹਨੂੰ ਬਾਹਰ ਬੁਲਾਇਆ ਜਾਂਦਾ ਗੱਲਬਾਤ ਕਰਨ ਲਈ, ਇਹਦੀ ਇੰਟਰਵਿਊ ਕਰਨ ਲਈ। ਉਨੇ ਚਿਰ ਦੇ ਵਿੱਚ ਜਿਹੜੇ ਮੋਸਾਦ ਦੇ ਏਜੰਟ ਹੁੰਦੇ ਆ ਇਹਦੇ ਕਮਰੇ 'ਚ ਜਾਂਦੇ ਆ, ਇਹਦੇ ਬੈੱਡ ਥੱਲੇ ਬੰਬ ਲਾ ਦਿੰਦੇ ਆ। ਜਦੋਂ ਹੁਣ ਇਹ ਵਾਪਸ ਜਾਂਦਾ ਤਾਂ ਇਹ ਇੰਟਰਵਿਊ ਖਤਮ ਹੁੰਦੀ ਆ, ਇਹ ਕਮਰੇ 'ਚ ਵਾਪਸ ਜਾਂਦਾ, ਇਹ ਕਨਫਰਮ ਕਰਨ ਲਈ, ਇਹ ਪਤਾ ਕਰਨ ਲਈ ਕਿ ਵਾਕਈ ਜਿਹੜਾ ਆਦਮੀ ਬੈੱਡ ਦੇ ਉੱਤੇ ਸੌਂ ਰਿਹਾ ਉਹ ਵਾਕਈ ਡਾਕਟਰ ਮਹਿਮੂਦ ਹੰਸਾਰੀ ਆ। ਤਾਂ ਇਹਨੂੰ ਫੋਨ ਕੀਤਾ ਜਾਂਦਾ। ਜਦੋਂ ਫੋਨ ਇਹੀ ਚੱਕਦਾ, ਆਵਾਜ਼ ਦੀ ਪਹਿਚਾਣ ਹੁੰਦੀ ਆ, ਤਾਂ ਜਿਹੜਾ ਉਹ ਬੰਬ ਹੁੰਦਾ ਉਹਨੂੰ ਐਕਟੀਵੇਟ ਕਰ ਦਿੰਦੇ ਆ। ਸੋ ਉਸ ਘਟਨਾ ਵਿੱਚ ਇਹਦੀ ਜਾਨ ਤਾਂ ਨਹੀਂ ਜਾਂਦੀ, ਲੇਕਿਨ ਇਹ ਬਹੁਤ ਗੰਭੀਰ ਜ਼ਖਮੀ ਹੋ ਜਾਂਦਾ। ਗੰਭੀਰ ਜ਼ਖਮੀ ਹੋਣ ਤੋਂ ਬਾਅਦ ਜਦੋਂ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ, ਲਗਭਗ 1 ਮਹੀਨੇ ਬਾਅਦ ਇਹਦੀ ਮੌਤ ਹੋ ਜਾਂਦੀ ਹੈ। ਸੋ ਇਹ ਸੀ ਦੂਜਾ ਸ਼ਿਕਾਰ ਇਹ ਕਰਦੇ ਆ। ਇਸ ਤੋਂ ਬਾਅਦ ਤੀਜਾ, ਚੌਥਾ, ਪੰਜਵਾਂ ਕਈ ਲੱਭ ਕੇ ਕਈ ਥਾਵਾਂ 'ਤੇ ਮਾਰਦੇ ਆ। ਜਿਹੜਾ ਹੁਣ ਮਾਸਟਰਮਾਈਂਡ ਸੀਗਾ ਇਹ ਘਟਨਾ ਦਾ, ਜਿਹਨੇ ਸਾਰੀ ਪਲੈਨਿੰਗ ਕੀਤੀ ਸੀ ਕਿ ਕਿਵੇਂ ਇਹਨਾਂ ਖਿਡਾਰੀਆਂ ਨੂੰ ਬੰਦਕ ਬਣਾਉਣਾ, ਕਿੱਥੇ ਹੋਣਗੇ ਉਹ, ਕੀ ਮੰਗ ਰੱਖਣੀ ਆ, ਉਸ ਤੋਂ ਬਾਅਦ ਕੀ ਸਾਰਾ ਪਲੈਨਿੰਗ ਕਰਦਾ, ਉਹਦਾ ਨਾਮ ਸੀਗਾ ਸਾਲੇਮ। ਉਹਨੂੰ ਕਈ ਵਾਰੀ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਲੇਕਿਨ ਉਹ ਹਰ ਵਾਰੀ ਹੱਥੋਂ ਨਿਕਲ ਜਾਂਦਾ, ਫੜਿਆ ਨਹੀਂ ਜਾਂਦਾ ਉਹ। ਸੋ ਉਹਨੂੰ ਫੜਨ ਦੇ ਚੱਕਰ 'ਚ ਕਈ ਹੋਰ ਵੀ ਜਿਹੜੇ ਇਹਦੇ ਨਾਲ ਲਿੰਕਡ ਸੀ ਘਟਨਾ ਨਾਲ, ਉਹ ਫੜੇ ਜਾਂਦੇ ਆ, ਉਹਨਾਂ ਨੂੰ ਮਾਰਿਆ ਜਾਂਦਾ। ਕਈ ਹੋਰ ਦੇਸ਼ਾਂ ਵਿੱਚ, ਲਿਬਨਾਨ ਤੇ ਸੀਰੀਆ ਦੇ ਵਿੱਚ ਕਈ ਹੁੰਦੇ ਹੈਗੇ ਇਹਨਾਂ ਦੇ ਏਜੰਟ, ਇਸ ਨਾਲ ਕੰਮ ਕਰ ਰਹੇ ਹੁੰਦੇ ਆ, ਜਿਹੜੇ ਇਸ ਘਟਨਾ ਦੇ ਪਿੱਛੇ ਜਿਹਨਾਂ ਦਾ ਹੱਥ ਸੀ, ਉਹਨਾਂ ਨੂੰ ਮਾਰਿਆ ਜਾਂਦਾ। ਹੁਣ ਇਹ ਆਪਰੇਸ਼ਨ ਚੱਲਦੇ 1988 ਆ ਜਾਂਦਾ। 1988 ਲਗਭਗ 1972 ਦੇ ਵਿੱਚ ਘਟਨਾ ਹੋਈ ਸੀ ਇਹ। 1988 ਆ ਗਿਆ, ਲਗਭਗ 16 ਸਾਲ ਬੀਤ ਗਏ। ਸੋ ਹੁਣ ਇਹਦੇ ਵਿੱਚ ਜਿਹੜਾ ਇਹ ਰਾਸੇਲ ਸੀਗਾ, ਇਹਦਾ ਪਤਾ ਲੱਗਦਾ ਕਿ
ਇਹ ਇੱਕ ਹੋਟਲ ਦੇ ਵਿੱਚ ਠਹਿਰਿਆ ਹੋਇਆ ਬਹਿਰੂਕ ਦੇ ਵਿੱਚ। ਪਰ ਜਾਣਕਾਰੀ ਇੰਨੀ ਹੁੰਦੀ ਹੈ ਕਿ ਇਹ ਹੋਟਲ ਦੇ ਵਿੱਚ ਸਿਰਫ ਰਾਤ ਨੂੰ ਆਉਂਦਾ ਤੇ ਦਿਨੇ ਨਿਕਲ ਜਾਂਦਾ। ਉਸੇ ਹੋਟਲ ਦੇ ਵਿੱਚ ਜਿਹੜੇ ਮੋਸਾਦ ਦੇ ਏਜੰਟ ਹੁੰਦੇ ਆ ਸਾਹਮਣੇ ਵਾਲਾ ਕਮਰਾ ਲੈਂਦੇ ਆ ਕਨਫਰਮ ਕਰਨ ਲਈ ਕਿ ਕਿਹੜੇ ਵੇਲੇ ਇਹ ਹੋਟਲ ਦੇ ਅੰਦਰ ਹੁੰਦਾ ਤੇ ਕਿਹੜੇ ਵੇਲੇ ਬਾਹਰ ਹੁੰਦਾ। ਸੋ ਜਦੋਂ ਉਹ ਮੋਸਾਦ ਦੇ ਏਜੰਟ ਕਮਰਾ ਲੈਂਦੇ ਆ ਉਹ ਪੂਰੀ ਨਿਗਰਾਨੀ ਰੱਖਦੇ ਕਿਹੜੇ ਵੇਲੇ ਆ ਰਿਹਾ ਕਿਹੜੇ ਵੇਲੇ ਨਹੀਂ। ਉਸ ਤੋਂ ਬਾਅਦ ਉਹ ਫਰਜ਼ੀ ਚਾਬੀ ਬਣਾਈ ਜਾਂਦੀ ਹੈ ਇਹਦੇ ਕਮਰੇ ਦੀ ਜਿਸ ਵਕਤ ਇਹ ਨਹੀਂ ਹੁੰਦਾ। ਇਹਦੇ ਬੈੱਡ ਦੇ ਥੱਲੇ ਸੇਮ ਉਵੇਂ ਹੀ ਪੰਪ ਲਾਇਆ ਜਾਂਦਾ ਗਾ ਤੇ ਉਸ ਤੋਂ ਬਾਅਦ ਜਦੋਂ ਕਨਫਰਮ ਹੁੰਦਾ ਪੂਰੀ ਵਿਜੀਲੈਂਸ ਨਾਲ ਕਿ ਹਾਂ ਉਹ ਬੈੱਡ ਦੇ ਉੱਤੇ ਜਿਹੜਾ ਰਸੇਲ ਆ ਉਹ ਸੌਂ ਰਿਹਾ, ਉਦੋਂ ਬਾਅਦ ਉਹ ਪੰਪ ਨੂੰ ਉਵੇਂ ਹੀ ਐਕਟੀਵੇਟ ਕੀਤਾ ਜਾਂਦਾ। ਫਿਰ ਇਹਦੀ ਮੌਤ ਹੋ ਜਾਂਦੀ ਉਸ ਘਟਨਾ ਦੇ ਵਿੱਚ। ਹੁਣ ਜਿਹੜੇ ਵਿਅਕਤੀਆਂ ਦੀ ਵੀ ਮੋਸਾਦ ਨੇ ਗੋਲੀ ਮਾਰ ਕੇ ਹੱਤਿਆ ਕੀਤੀ ਸੀ ਉਹਨਾਂ ਦੇ ਘੱਟੋ ਘੱਟ ਉਹਨਾਂ ਨੇ 11 ਗੋਲੀਆਂ ਮਾਰੀਆਂ ਸੀ। 11 ਗੋਲੀਆਂ ਇਹ ਦਰਸਾਉਂਦੀਆਂ ਸੀਗੀਆਂ ਕਿ ਤੁਸੀਂ ਸਾਡੇ 11 ਖਿਡਾਰੀ ਮਾਰੇ ਸੀਗੇ। ਇਹ ਹਰ ਇੱਕ ਖਿਡਾਰੀ ਵੱਲੋਂ ਇੱਕ ਗੋਲੀ ਆ। ਸੋ 11 ਗੋਲੀਆਂ ਘੱਟੋ ਘੱਟ ਮਾਰੀਆਂ ਜਾਂਦੀਆਂ ਜਿਨ੍ਹਾਂ ਦੀ ਵੀ ਗੋਲੀਆਂ ਨਾਲ ਮੌਤ ਕੀਤੀ ਜਾਂਦੀ ਆ। ਬਾਕੀ ਜਿਨ੍ਹਾਂ ਨੂੰ ਕਈਆਂ ਨੂੰ ਜ਼ਹਿਰ ਦਿੱਤਾ ਜਾਂਦਾ ਜਾਂ ਕੋਈ ਬੰਬ ਨਾ ਉਡਾਇਆ ਜਾਂਦਾ ਉਹ ਵੱਖਰੀ ਗੱਲ ਆ, ਲੇਕਿਨ ਜਿਨ੍ਹਾਂ ਦੇ ਗੋਲੀ ਮਾਰੀ ਜਾਂਦੀ ਘੱਟੋ ਘੱਟ 11 ਗੋਲੀਆਂ ਮਾਰੀਆਂ ਜਾਂਦੀਆਂ ਮੋਸਾਦ ਵੱਲੋਂ। ਇੱਥੇ ਹੁਣ ਇੱਕ ਮੋਸਾਦ ਤੋਂ ਨਾ ਗਲਤੀ ਹੋ ਜਾਂਦੀ ਆ। ਜਿਹੜੀ ਉਹ ਲਿਸਟ ਸੀ ਜਿਹਦੇ ਵਿੱਚ ਇਹਨਾਂ ਦੇ ਦੁਸ਼ਮਣਾਂ ਦੇ ਨਾਮ ਸੀਗੇ ਉਹਦੇ ਵਿੱਚ ਨਾ ਇੱਕ ਜਿਹੜਾ ਨਿਰਦੋਸ਼ ਵੇਟਰ ਸੀ ਕੋਈ ਉਹਦਾ ਨਾਮ ਗਲਤੀ ਨਾਲ ਪੈ ਜਾਂਦਾ ਇਹਨਾਂ ਤੋਂ। ਜਿਹੜਾ ਉਹ ਵੇਟਰ ਸੀਗਾ ਉਹ ਹੁਣ ਮੋਰੱਕੋ ਦੇ ਕਿਸੇ ਹੋਟਲ ਵਿੱਚ ਕੰਮ ਕਰਦਾ ਸੀਗਾ। ਮੋਸਾਦ ਦੇ 6 ਏਜੰਟ ਜਾਂਦੇ ਆ ਉੱਥੇ ਤੇ ਜਿਹੜੇ ਉਹ ਵੇਟਰ ਨੂੰ ਮਾਰ ਦਿੰਦੇ ਆ, ਉਹਦੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਜਾਂਦੀ ਹੈ। ਇੱਥੇ ਨਾਰਵੇ ਦੀ ਪੁਲਿਸ ਵੱਲੋਂ ਨਾ ਉਹ 6 ਏਜੰਟਾਂ ਨੂੰ ਫੜ ਲਿਆ ਜਾਂਦਾ। ਉਹਨਾਂ 'ਚੋਂ ਕੁਛ ਤਾਂ ਜਿਹੜੇ ਪਹਿਲਾਂ ਸੀਗੇ ਉਹ ਭੱਜ ਜਾਂਦੇ ਆ ਪਰ 6 ਏਜੰਟਾਂ ਨੂੰ ਫੜ ਲਿਆ ਜਾਂਦਾ ਜਿਹਦੇ ਵਿੱਚੋਂ 2 ਔਰਤਾਂ ਵੀ ਸੀਗੀਆਂ। ਇੱਥੋਂ ਹੁਣ ਸਾਰਾ ਖੁਲਾਸਾ ਹੁੰਦਾ ਘੱਟੋ ਘੱਟ 18-20 ਸਾਲਾਂ ਬਾਅਦ ਕਿ ਜਿਹੜਾ ਇਹ ਆਪਰੇਸ਼ਨ ਚੱਲ ਰਿਹਾ ਇਹ ਉਹਨਾਂ ਖਿਡਾਰੀਆਂ ਦਾ ਬਦਲਾ ਲੈਣ ਲਈ ਚੱਲ ਰਿਹਾ ਜਿਹੜੇ 1972 ਵਿੱਚ ਮਾਰੇ ਗਏ ਸੀਗੇ। ਸੋ ਬਹੁਤ ਰੌਲਾ ਪੈਂਦਾ, ਇੰਟਰਨੈਸ਼ਨਲ ਪ੍ਰੈਸ਼ਰ ਬਣਦਾ ਸਰਕਾਰ ਤੇ, ਜਿਹੜੀ ਇਜ਼ਰਾਈਲ ਦੀ ਸਰਕਾਰ ਹੁੰਦੀ ਹੈ ਕਿ ਤੁਸੀਂ ਦੂਜੇ ਦੇਸ਼ਾਂ ਦੇ ਵਿੱਚ ਵੜ ਕੇ ਫਰਜ਼ੀ ਡਾਕੂਮੈਂਟ, ਫਰਜ਼ੀ ਨਾਮ, ਫਰਜ਼ੀ ਪਹਿਚਾਣ, ਫਰਜ਼ੀ ਚਿਹਰਿਆਂ ਤੇ ਲੋਕ ਤੁਸੀਂ ਬੰਦੇ ਮਾਰ ਰਹੇ ਹੋ ਯੂਰਪ ਦੇ ਦੇਸ਼ਾਂ ਵਿੱਚ ਜਾਂ ਕਈ ਹੋਰ ਦੇਸ਼ਾਂ ਵਿੱਚ ਵੀ। ਸੋ ਉਹ 'ਤੇ ਪ੍ਰੈਸ਼ਰ ਬਣਦਾ। ਉਹ ਥੋੜ੍ਹੇ ਸਮੇਂ ਲਈ ਇਜ਼ਰਾਈਲ ਦੇਸ਼ ਕੀ ਕਰਦਾ ਕਿ ਇਸ ਆਪਰੇਸ਼ਨ ਨੂੰ ਬੰਦ ਕਰ ਦਿੰਦੇ ਆ, ਲੇਕਿਨ ਥੋੜ੍ਹੇ ਸਮੇਂ ਬਾਅਦ ਫਿਰ ਉਹ ਦੁਬਾਰਾ ਕੰਟੀਨਿਊ ਕਰਦੇ ਆ ਇਸੇ ਆਪਰੇਸ਼ਨ ਨੂੰ। ਜਿੰਨੇ ਵੀ ਬਾਕੀ ਬਚੇ ਹੁੰਦੇ ਆ ਸਾਰਿਆਂ ਨੂੰ ਮਾਰ ਦਿੰਦੇ ਆ ਜਦੋਂ ਤੱਕ ਉਹਨਾਂ ਦਾ ਇੱਕ ਵਿਅਕਤੀ ਜਿਹਦਾ ਨਾਮ ਲਿਸਟ 'ਤੇ ਸੀਗਾ ਉਹ ਖਤਮ ਨਹੀਂ ਹੁੰਦਾ ਉਹਨਾਂ ਚਿਰ ਇਹ ਆਪਰੇਸ਼ਨ ਕੰਟੀਨਿਊ ਰਹਿੰਦਾ। ਜਿਨ੍ਹਾਂ ਦੀ ਵੀ ਹੱਤਿਆ ਕਰਦੇ ਆ ਉਹ ਪੂਰੇ ਬੁਰੇ ਤਰੀਕੇ ਨਾਲ ਹੱਤਿਆ ਕਰਦੇ ਆ ਤਾਂ ਕਿ ਸਿਰਫ ਹੱਤਿਆ ਨਾ ਕੀਤੀ ਜਾਵੇ, ਦਹਿਲਾਇਆ ਵੀ ਜਾਵੇ, ਡਰਾਇਆ ਵੀ ਜਾਵੇ ਕਿ ਜੇ ਕੋਈ ਇਜ਼ਰਾਈਲ ਨਾਲ ਇੱਦਾਂ ਕਰੂਗਾ ਤਾਂ ਉਹਦਾ ਅੰਜਾਮ ਬੁਰਾ ਹੋਊਗਾ, ਬਦਲਾ ਉਹ ਤੋਂ ਪੱਕਾ ਲਿਆ ਜਾਊਗਾ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜਾ ਮੋਸਾਦ ਦਾ ਆਪਰੇਸ਼ਨ ਸੀ ਇਹਦੀ ਕਹਾਣੀ ਜੋ ਇੰਟਰਸਟਿੰਗ ਲੱਗੀ ਹੋਊਗੀ। ਸੋ ਆਪਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਕਿਸੇ ਹੋਰ ਦਿਨ। ਧੰਨਵਾਦ।